ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਇਸ਼ਨਾਨ ਕਰਕੇ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਿੱਚ ਲੀਨ ਹੋ ਜਾਂਦੇ। ਦਿਨ ਚੜ੍ਹੇ ਦੀਵਾਨ ਸਜਦਾ, ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਜਿਸ ਦੇ ਭੋਗ ਉਪਰੰਤ ਆਪ ਆਈਆਂ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦਿੰਦੇ ਅਤੇ ਬਾਹਰੋਂ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ। ਫਿਰ ਪ੍ਰਸ਼ਾਦ ਛਕ ਕੇ ਵਿਸ਼ਰਾਮ ਕਰਨ ਵਾਸਤੇ ਮਹਿਲਾਂ ਵਿੱਚ ਜਾ ਬਿਰਾਜਦੇ। ਇਸ ਤਰ੍ਹਾਂ ਸਤਿਗੁਰ ਸਿੱਖ ਸੇਵਕਾਂ ਦੀ ਮਨੋਕਾਮਨਾ ਤੇ ਕਲਿਆਣ ਕਰਨ ਦਾ ਕੋਈ ਨਾ ਕੋਈ ਨਿਤ ਹੀ ਨਵਾਂ ਕੌਤਕ ਕਰਦੇ ਰਹਿੰਦੇ। ਆਪ ਜੀ ਦਾ ਸਰੀਰ ਬਲਵਾਨ ਹੋ ਰਿਹਾ ਸੀ, ਸ਼ਸਤਰ ਵਿਦਿਆ ਦਾ ਬਹੁਤ ਅਭਿਆਸ ਕਰਦੇ ਰਹਿੰਦੇ ਸਨ। ਬਾਹਰ ਜੰਗਲ ਵਿੱਚ ਜਾ ਕੇ ਨਿਸ਼ਾਨਾਬਾਜ਼ੀ, ਘੋੜੇ ਦੌੜਾਉਣੇ ਅਤੇ ਤੀਰ ਚਲਾਉਣੇ ਆਦਿਕ ਆਪ ਜੀ ਦਾ ਸਭ ਤੋਂ ਪਹਿਲਾਂ ਨਿੱਤਾ ਕਰਮ ਸੀ। ਕਾਰੀਗਰਾਂ ਨੂੰ ਸੱਦ ਕੇ ਉਹਨਾਂ ਪਾਸੋਂ ਬੜੇ ਤਿੱਖੇ ਤੀਰ, ਤਲਵਾਰਾਂ, ਬਰਛੇ, ਕਟਾਰਾਂ ਆਦਿਕ ਬਣਵਾਉਂਦੇ ਰਹਿੰਦੇ ਸਨ। ਅਨੇਕਾਂ ਕਾਰੀਗਰ ਆਪਣੇ ਘਰੋਂ ਹੀ ਵਧੀਆ ਹਥਿਆਰ ਤਿਆਰ ਕਰਕੇ ਸਤਿਗੁਰ ਜੀ ਪਾਸ ਲਿਆ ਕੇ ਵੇਚ ਜਾਂਦੇ ਸਨ। ਕਈ ਸਿੱਖ ਸੇਵਕ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਵਧੀਆ ਹਥਿਆਰ ਬਣਵਾ ਕੇ ਸਤਿਗੁਰ ਜੀ ਦੀ ਭੇਟਾ ਕਰਦੇ ਜਾਂਦੇ ਸਨ। ਜਿਹੜਾ ਕੋਈ ਪ੍ਰੇਮ ਨਾਲ ਆਉਂਦਾ ਸੀ ਉਸ ਨੂੰ ਆਪਣੇ ਪਾਸ ਨੌਕਰ ਰੱਖ ਕੇ ਯੁੱਧ ਸਿੱਖਿਆ ਦਾ ਅਭਿਆਸ ਕਰਾਉਂਦੇ ਸਨ। ਘੋੜਿਆਂ ਤੇ ਚੜ੍ਹ ਕੇ ਆਪਣੇ ਯੋਧਿਆਂ ਨਾਲ ਬਾਹਰ ਜਾਂਦੇ ਅਤੇ ਹਿਰਨ ਆਦਿਕ ਦਾ ਸ਼ਿਕਾਰ ਕਰਨਾ, ਤੀਰ ਅੰਦਾਜ਼ੀ ਕਰਨੀ, ਗੋਲੀ ਦਾ ਨਿਸ਼ਾਨਾ ਕਰਨਾ, ਢਾਲ ਤਲਵਾਰ ਦਾ ਵਰਤਣਾ, ਘੋੜਿਆਂ ਨੂੰ ਦੜਾ ਭਜਾ ਕੇ ਯੁੱਧ ਵਿੱਚ ਕੰਮ ਕਰਨਾ ਆਪ ਜੀ ਦਾ ਨਿਤ ਕਰਮ ਸੀ। ਸ਼ਿਕਾਰੀ ਕੁੱਤੇ, ਬਾਜ ਤੇ ਜੁਰਰੇ ਆਦਿਕ ਵੀ ਆਪ ਜੀ ਨੇ ਸ਼ਿਕਾਰ ਖੇਡਣ ਵਾਸਤੇ ਬਹੁਤ ਰੱਖੇ ਹੋਏ ਸਨ। ਕਾਬਲ ਵਿੱਚ ਇੱਕ ਮਸੰਦ ਰਹਿੰਦਾ ਸੀ, ਜਿਹੜਾ ਗੁਰੂ ਕੀ ਕਾਰ, ਭੇਟਾ, ਬਲਖ, ਬਖਾਰੇ ਆਦਿਕ ਸ਼ਹਿਰਾਂ ਤੋਂ ਇਕੱਠੀ ਕਰਕੇ ਸਾਲ ਪਿੱਛੋਂ ਗੁਰੂ ਜੀ ਦੀ ਭੇਟਾ ਕਰਨ ਆਨੰਦਪੁਰ ਆਉਂਦਾ ਹੁੰਦਾ ਸੀ। ਇੱਕ ਵਾਰ ਉਸਨੇ ਸਤਿਗੁਰ ਜੀ ਦੇ ਹਜ਼ੂਰ ਗੱਲ ਕੀਤੀ ਕਿ ਦਿੱਲੀ ਦੇ ਬਾਦਸ਼ਾਹ ਔਰੰਗੇ ਵਾਸਤੇ ਪਸ਼ਮੀਨੇ ਦਾ ਬੜਾ ਸੁੰਦਰ ਤੰਬੂ ਕਾਬਲ ਦੇ ਕਾਰੀਗਰਾਂ ਨੇ ਬਣਾਇਆ ਹੈ। ਉਸ ਨੂੰ ਵੇਖ ਕੇ ਮੇਰੇ ਚਿੱਤ ਵਿਚਾਰ ਆਈ ਸੀ ਕਿ ਇਹ ਸੁੰਦਰ ਤੰਬੂ ਸਤਿਗੁਰ ਜੀ ਦੇ ਯੋਗ ਹੈ, ਸੋ ਜੇਕਰ ਆਪ ਹੁਕਮ ਕਰੋ ਤਾਂ ਮੈਂ ਉਸ ਵਰਗਾ ਇੱਕ ਤੰਬੂ ਤੁਹਾਡੇ ਵਾਸਤੇ ਬਣਵਾਵਾਂ। ਮਸੰਦ ਸਿੱਖ ਦੀ ਇਹ ਗੱਲ ਸੁਣ ਕੇ ਸਤਿਗੁਰ ਜੀ ਨੇ ਫਰਮਾਇਆ ਕਿ ਜਾਓ, ਕਾਬਲ ਵਿੱਚ ਜਾ ਕੇ ਇੱਕ ਬੜਾ ਚੰਗਾ ਆਪਣੇ ਮਨ ਭਾਉਂਦਾ ਧਨ ਖਰਚ ਕੇ ਤੰਬੂ ਬਣਵਾਓ। ਸਤਿਗੁਰ ਜੀ ਦੇ ਹੁਕਮ ਅਨੁਸਾਰ ਮਸੰਦ ਨੇ ਕਾਬਲ ਵਿੱਚ ਪਹੁੰਚ ਕੇ ਉਸ ਇਲਾਕੇ ਦੇ ਸਿੱਖਾਂ ਦੀ 2 ਸਾਲ ਦੀ ਕਾਰ ਭੇਟ ਨਾਲ, ਜੋ 2.5 ਲੱਖ ਬਣਦੀ ਸੀ, ਇੱਕ ਬਹੁਤ ਸੁਨਹਿਰੀ ਬੇਲ ਬੂਟੇ ਤੇ ਜਰੀਦਾਰ ਸੁਨਹਿਰੀ ਡੋਰਾ ਤੇ ਝਾਲਰਾਂ ਵਾਲਾ ਔਰੰਗੇ ਦੇ ਤੰਬੂ ਨਾਲੋਂ ਵੀ ਵਧੀਆ ਤਿਆਰ ਕਰਾ ਕੇ 2 ਸਾਲ ਪਿੱਛੋਂ ਆਨੰਦਪੁਰ ਆਣ ਕੇ ਸਤਿਗੁਰ ਜੀ ਦੀ ਭੇਟਾ ਕਰ ਦਿੱਤਾ। ਉਸ ਹੇਠਾਂ ਸਾਰਾ ਦਿਨ ਸੰਧਿਆ ਤੱਕ ਦੀਵਾਨ ਲੱਗਦਾ ਰਿਹਾ। ਸੰਗਤਾਂ ਵੇਖ ਵੇਖ ਕੇ ਬਹੁਤ ਸ਼ਲਾਘਾ ਕਰਦੀਆਂ ਰਹੀਆਂ ਤੇ ਪ੍ਰਸੰਨ ਹੁੰਦੀਆਂ। ਰਹਿ ਰਾਸ ਦੇ ਪਾਠ ਭੋਗ ਉਪਰੰਤ ਉਸ ਨੂੰ ਉਤਾਰ ਕੇ ਤੋਸ਼ੇਖਾਨੇ ਵਿੱਚ ਰੱਖ ਦਿੱਤਾ ਜਾਂਦਾ। ਸਤਿਗੁਰ ਜੀ ਰੋਜ਼ ਦੀਵਾਨ ਲਾ ਬੈਠਦੇ ਅਤੇ ਆਪਣੇ ਉਪਦੇਸ਼ ਦੁਆਰਾ ਸਿੱਖਾਂ ਦੀ ਕਲਿਆਣ ਕਰਦੇ ਸਨ। ਕੋਈ ਨਾ ਕੋਈ ਰੋਜ਼ ਹੀ ਨਵੀਂ ਸੰਗਤ ਆਪ ਜੀ ਦੇ ਦਰਸ਼ਨ ਪਰਸ਼ਨ ਵਾਸਤੇ ਆਉਂਦੀ ਰਹਿੰਦੀ। ਇੱਕ ਦਿਨ ਲਾਹੌਰ ਦੀ ਸੰਗਤ ਨਾਲ ਇੱਕ ਕੁਮਰਾਵ ਖੱਤਰੀ ਰਾਮ ਸ਼ਰਨ ਆਇਆ। ਉਸਨੇ ਆਪਣੀ ਲੜਕੀ, ਜਿਸ ਦਾ ਨਾਮ ਸੁੰਦਰੀ ਸੀ, ਉਸ ਦਾ ਰਿਸ਼ਤਾ ਸਤਿਗੁਰ ਜੀ ਨਾਲ ਕਰਨ ਵਾਸਤੇ ਮਾਤਾ ਜੀ ਅੱਗੇ ਬੇਨਤੀ ਕੀਤੀ, ਜਿਸ ਨੂੰ ਮਾਤਾ ਜੀ ਨੇ ਪ੍ਰਸੰਨਤਾ ਨਾਲ ਪ੍ਰਵਾਨ ਕਰ ਲਿਆ ਤੇ ਆਨੰਦਪੁਰ ਹੀ ਸਾਰਾ ਪ੍ਰਬੰਧ ਕਰਕੇ 1684 ਈਸਵੀ ਨੂੰ ਆਪ ਜੀ ਦਾ ਇਹ ਆਨੰਦ ਕਾਰਜ ਮਾਤਾ ਸੁੰਦਰੀ ਜੀ ਨਾਲ ਕਰ ਦਿੱਤਾ ਗਿਆ। ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਰਾਜਾ ਰਾਮ ਸਿੰਘ ਜੈਪੁਰੀਏ ਨਾਲ ਅਸਾਮ ਦੀ ਮੁਹਿੰਮ ਤੇ ਗਏ ਸਨ, ਉਸ ਸਮੇਂ ਅਸਾਮ ਦੇ ਇੱਕ ਰਾਜੇ ਨੇ ਸਤਿਗੁਰ ਜੀ ਦੀ ਸ਼ਰਨ ਲੈ ਕੇ ਬੇਨਤੀ ਕੀਤੀ ਸੀ ਕਿ ਮੇਰੇ ਘਰ ਪੁੱਤਰ ਨਹੀਂ ਹੈ, ਕਿਰਪਾ ਕਰਕੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਜਿਸ ਨਾਲ ਮੇਰੀ ਬੰਸ ਤੁਰੀ ਰਹੇ। ਸਤਿਗੁਰ ਜੀ ਨੇ ਰਾਜੇ ਉੱਤੇ ਪ੍ਰਸੰਨ ਹੋ ਕੇ ਆਪਣੇ ਹੱਥ ਦੀ ਮੁੰਦਰੀ ਦਾ ਨਿਸ਼ਾਨ ਰਾਜੇ ਦੇ ਪੱਟ ਉੱਤੇ ਲਾ ਕੇ ਫਰਮਾਇਆ, ਹੇ ਰਾਜਨ, ਤੇਰੇ ਘਰ ਜਿਹੜਾ ਪੁੱਤਰ ਹੋਵੇਗਾ ਉਸ ਦੇ ਸਿਰ ਉੱਤੇ ਇਸ ਮੁੰਦਰੀ ਦਾ ਨਿਸ਼ਾਨ ਹੋਵੇਗਾ। ਉਸ ਨੂੰ ਤੁਸੀਂ ਸਤਿਗੁਰੂ ਨਾਨਕ ਜੀ ਦੀ ਬਖਸ਼ਿਸ਼ ਸਮਝਣਾ। ਸਮਾਂ ਪਾ ਕੇ ਰਾਜੇ ਦੇ ਘਰ ਪੁੱਤਰ ਹੋ ਗਿਆ। ਰਾਜੇ ਨੇ ਬੜੀਆਂ ਖੁਸ਼ੀਆਂ ਮਨਾਈਆਂ। ਬਾਲਕ ਦਾ ਨਾਮ ਰਾਜੇ ਨੇ ਰਤਨ ਰਾਏ ਰੱਖਿਆ। ਜਦ ਇਹ ਬਾਲਕ 7 ਸਾਲਾਂ ਦਾ ਹੋਇਆ ਤਾਂ ਇੱਕ ਦਿਨ ਸ਼ੀਸ਼ਾ ਵੇਖਣ ਸਮੇਂ ਉਸਨੇ ਆਪਣੇ ਸਿਰ ਵਿੱਚ ਮੋਹਰ ਦਾ ਨਿਸ਼ਾਨ ਵੇਖ ਕੇ ਆਪਣੀ ਮਾਤਾ ਨੂੰ ਪੁੱਛਿਆ ਕਿ ਇਹ ਨਿਸ਼ਾਨ ਉਸ ਦੇ ਸਿਰ ਉੱਤੇ ਕਿਸ ਤਰ੍ਹਾਂ ਪਿਆ ਹੈ। ਰਾਣੀ ਨੇ ਇਸ ਨਿਸ਼ਾਨ ਦਾ ਸਾਰਾ ਬਿਰਤਾਂਤ ਰਤਨ ਰਾਏ ਨੂੰ ਦੱਸਿਆ ਤੇ ਸਮਝਾਇਆ ਕਿ ਇਹ ਨਿਸ਼ਾਨ ਗੁਰੂ ਜੀ ਦੀ ਮੋਹਰ ਛਾਪ ਦਾ ਹੈ, ਜਿਹੜਾ ਉਹਨਾਂ ਨੇ ਤੇਰੇ ਪਿਤਾ ਦੇ ਪੇਟ ਉੱਤੇ ਲਾਇਆ ਸੀ। ਤੂੰ ਉਹਨਾਂ ਸਤਿਗੁਰਾਂ ਦੇ ਵਰ ਨਾਲ ਹੀ ਸਾਡੇ ਘਰ ਪੈਦਾ ਹੋਇਆ ਸੀ।
ਆਪਣੀ ਮਾਤਾ ਪਾਸੋਂ ਇਹ ਗੱਲ ਸੁਣ ਕੇ ਰਤਨ ਰਾਏ ਨੇ ਪੁੱਛਿਆ, ਮਾਤਾ ਜੀ ਉਹ ਸਤਿਗੁਰ ਜੀ ਕਿੱਥੇ ਹਨ? ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਰਾਣੀ ਨੇ ਕਿਹਾ, ਪੁੱਤਰ ਉਹ ਤਾਂ ਬੈਕੁੰਠ ਵਿੱਚ ਜਾ ਬਿਰਾਜੇ ਹਨ। ਹੁਣ ਉਹਨਾਂ ਦੇ ਪੁੱਤਰ ਪੰਜਾਬ ਦੇਸ਼ ਦੇ ਨਗਰ ਆਨੰਦਪੁਰ ਵਿੱਚ ਨਿਵਾਸ ਰੱਖਦੇ ਹਨ। ਇਹ ਬਿਰਤਾਂਤ ਸੁਣ ਕੇ ਰਤਨ ਰਾਏ ਸਤਿਗੁਰ ਜੀ ਦੇ ਦਰਸ਼ਨ ਪਰਸਨ ਵਾਸਤੇ ਬਹੁਤ ਉਤਾਵਲਾ ਹੋ ਗਿਆ। ਉਸਨੇ ਸਤਿਗੁਰ ਜੀ ਨੂੰ ਭੇਟਾ ਕਰਨ ਵਾਸਤੇ ਆਪਣੇ ਦੇਸ਼ ਦੀਆਂ ਅਜਾਇਬ ਚੀਜ਼ਾਂ ਇਕੱਠੀਆਂ ਕਰਨ ਦਾ ਆਪਣੇ ਅਹਿਲਕਾਰਾਂ ਨੂੰ ਹੁਕਮ ਦੇ ਦਿੱਤਾ। ਜੈਸਾ ਕਿ ਇੱਕ ਬੜਾ ਸੁੰਦਰ ਹਾਥੀ ਜਿਸ ਦਾ ਛੋਟਾ ਕੱਦ ਸੀ, ਮੱਥੇ ਵਿੱਚ ਰੋਟੀ ਜਿਤਨਾ ਚਿੱਟਾ ਨਿਸ਼ਾਨ ਅਤੇ ਇਸ ਚਿੱਟੇ ਨਿਸ਼ਾਨ ਦੀ ਲਕੀਰ ਸੁੰਡ ਦੀ ਨੋਕ ਤੋਂ ਲੈ ਕੇ ਪਿੱਠ ਉੱਪਰ ਹੁੰਦੀ ਹੋਈ ਪੂੰਛ ਦੀ ਨੋਕ ਤੱਕ ਪੁੱਜੀ ਹੋਈ ਸੀ। ਸਰੀਰ ਦਾ ਕੱਦ ਛੋਟਾ ਅਤੇ ਰੰਗ ਕਾਲਾ ਸੀ। ਇਹ ਹਾਥੀ ਇਤਨਾ ਸਿਖਾਇਆ ਹੋਇਆ ਸੀ ਕਿ ਜੋ ਇਸ਼ਾਰਾ ਕਰੋ ਸੋਈ ਕੰਮ ਕਰਦਾ ਸੀ। ਜਦ ਰਾਜਾ ਸਿੰਘਾਸਨ ਤੇ ਬੈਠਦਾ ਸੀ ਤਾਂ ਉਸ ਦੇ ਸਿਰ ਤੇ ਚੌਰ ਕਰਦਾ ਰਹਿੰਦਾ ਸੀ। ਕਮਾਨ ਵਿੱਚੋਂ ਚਲਾਏ ਹੋਏ ਤੀਰ ਚੁਣ ਕੇ ਲੈ ਆਉਂਦਾ ਸੀ। ਇੱਕ ਪੰਚ ਕਲਾ ਸ਼ਸਤਰ ਤਿਆਰ ਕਰਾਇਆ ਜੋ ਤਮਾਚਾ ਬਣ ਜਾਂਦਾ ਸੀ, ਫਿਰ ਤਿੱਖੀ ਕਟਾਰ ਬਣ ਜਾਂਦਾ ਸੀ, ਹੋਰ ਕਲਾ ਦਬਾਇਆ ਬਰਸ਼ੀ ਬਣ ਜਾਂਦੀ ਸੀ। ਫਿਰ ਸਤਿਗੁਰ ਜੀ ਦੇ ਬੈਠਣ ਵਾਸਤੇ ਤੀਜੀ ਇੱਕ ਚੌਂਕੀ ਬਣਵਾਈ, ਜਿਸ ਦੀ ਕਲਾ ਦੱਬਣ ਨਾਲ ਵਿੱਚੋਂ 4 ਪੁਤਲੀਆਂ ਨਿਕਲ ਕੇ ਖੜੀਆਂ ਹੋ ਜਾਂਦੀਆਂ ਸਨ। ਉਹਨਾਂ ਅੱਗੇ ਚੌਪੜ ਵਿੱਚ ਜਾਂਦਾ ਸੀ ਅਤੇ ਉਹ ਪੁਤਲੀਆਂ ਖੇਡਣ ਲੱਗ ਪੈਂਦੀਆਂ ਸਨ। ਫਿਰ ਚੌਥਾ ਇੱਕ ਜਾਮ ਕਟੋਰਾ ਬਹੁਤ ਮੁੱਲ ਤੋਂ ਖਰੀਦਿਆ, ਜਿਸ ਵਿੱਚੋਂ ਪ੍ਰਿਥਵੀ ਤੇ ਆਕਾਸ਼ ਦੇ ਨਕਸ਼ੇ ਰੰਗਾ ਰੰਗ ਦੇ ਦਿਸਦੇ ਸਨ। ਇਹਨਾਂ ਅਦਭੁਤ ਚੀਜ਼ਾਂ ਤੋਂ ਬਿਨਾਂ 5 ਬਹੁਮੁੱਲੇ ਘੋੜੇ, ਸੋਨੇ ਦੇ ਸਾਜੋ ਸਮਾਨ ਸਹਿਤ ਅਤੇ ਅਨੇਕ ਪ੍ਰਕਾਰ ਦੇ ਬਸਤਰ ਅਤੇ ਹੀਰੇ ਜਵਾਹਰਾਤ ਜੜਤ ਕੰਗਣ ਤੇ ਸੁੱਚੇ ਮੋਤੀਆਂ ਦੀ ਮਾਲਾ ਗੁਰੂ ਜੀ ਦੀ ਭੇਟ ਕਰਨ ਵਾਸਤੇ ਰਤਨ ਰਾਏ ਨੇ ਤਿਆਰ ਕਰਵਾਏ ਸਨ। ਇਸ ਤਰ੍ਹਾਂ ਸਤਿਗੁਰ ਜੀ ਦੇ ਦਰਸ਼ਨ ਭੇਟ ਵਾਸਤੇ ਤਿਆਰੀ ਕਰਕੇ ਰਤਨ ਰਾਏ ਆਪਣੀ ਮਾਤਾ ਸਹਿਤ ਕੁਝ ਸਧਾਰਨ ਸਹਾਇਕ ਫੌਜੀ ਸੇਵਕਾਂ ਨੂੰ ਨਾਲ ਲੈ ਕੇ ਆਨੰਦਪੁਰ ਨੂੰ ਤੁਰ ਪਿਆ। ਰਾਸਤੇ ਵਿੱਚ ਵਿਸ਼ਰਾਮ ਕਰਦਾ ਹੋਇਆ ਹੌਲੀ-ਹੌਲੀ ਆਨੰਦਪੁਰ ਪਹੁੰਚ ਗਿਆ। ਜਦ ਸਤਿਗੁਰ ਜੀ ਨੂੰ ਖਬਰ ਹੋਈ ਕਿ ਅਸਾਮ ਤੋਂ ਰਾਜਾ ਉਹਨਾਂ ਦੇ ਦਰਸ਼ਨ ਪਰਸਨ ਕਰਨ ਆਇਆ ਹੈ ਤਾਂ ਸਤਿਗੁਰ ਜੀ ਨੇ ਉਸ ਨੂੰ ਡੇਰਾ ਕਰਾ ਕੇ ਉਸ ਦੇ ਹਾਥੀ ਘੋੜੇ ਅਤੇ ਸੇਵਕਾਂ ਸਹਿਤ ਲੋੜ ਅਨੁਸਾਰ ਉਸ ਨੂੰ ਡੇਰੇ ਰਸਦ ਪਹੁੰਚਾ ਦਿੱਤੀ। ਦੂਸਰੇ ਦਿਨ ਤੀਸਰੇ ਪਹਿਰ ਸਤਿਗੁਰ ਜੀ ਨੇ ਰਾਜੇ ਨੂੰ ਦਰਸ਼ਨ ਕਰਨ ਦੀ ਆਗਿਆ ਕੀਤੀ। ਦੂਸਰੇ ਦਿਨ ਜਦ ਤੀਸਰੇ ਪਹਿਰ ਦਾ ਦੀਵਾਨ ਸਜ ਰਿਹਾ ਸੀ ਤਾਂ ਰਾਜਾ ਆਪਣੇ ਹਾਥੀ ਘੋੜੇ ਆਦਿਕ ਸਭ ਅਜੀਬ ਵਸਤਾਂ ਸਤਿਗੁਰ ਜੀ ਦੇ ਭੇਟ ਕਰਨ ਵਾਸਤੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਨੰਗੇ ਪੈਰੀ ਲੈ ਕੇ ਹਾਜ਼ਰ ਹੋਇਆ। ਉਪਰੰਤ ਰਾਜੇ ਦੇ ਮੰਤਰੀ ਨੇ ਸਤਿਗੁਰ ਜੀ ਨੂੰ ਹਰ ਇੱਕ ਚੀਜ਼ ਜੋ ਭੇਟਾ ਵਾਸਤੇ ਲਿਆਂਦੀ ਸੀ ਦੇ ਗੁਣ ਵਰਣਨ ਕਰਕੇ ਦੱਸੇ। ਸਤਿਗੁਰ ਜੀ ਰਾਜੇ ਉੱਤੇ ਬਹੁਤ ਪ੍ਰਸੰਨ ਹੋਏ ਅਤੇ ਸੁੱਖ ਸ਼ਾਂਤੀ, ਰਾਜ ਭਾਗ ਅਤੇ ਹੋਰ ਅਨੇਕ ਖੁਸ਼ੀਆਂ ਦੀ ਉਸ ਨੂੰ ਬਖਸ਼ਿਸ਼ ਕੀਤੀ। ਰਾਜਾ ਰਤਨ ਰਾਏ ਨੇ ਸਤਿਗੁਰ ਜੀ ਤੋਂ ਪੌਲ ਲੈ ਕੇ ਆਪ ਜੀ ਦੀ ਸਿੱਖੀ ਧਾਰਨ ਕਰ ਲਈ ਅਤੇ ਸਤਿਗੁਰ ਜੀ ਨੇ ਉਸ ਨੂੰ ਸ਼ਰਧਾਵਾਨ ਪ੍ਰੇਮੀ ਸਿੱਖ ਜਾਣ ਕੇ ਉਸ ਦਾ ਜਨਮ ਮਰਨ ਦਾ ਦੁੱਖ ਕੱਟ ਦਿੱਤਾ। ਦੂਜੇ ਦਿਨ ਜਦ ਫੇਰ ਸਤਿਗੁਰ ਜੀ ਦਾ ਦੀਵਾਨ ਸਜਿਆ ਤਾਂ ਰਤਨ ਰਾਏ ਆਪਣੇ ਇੱਕ ਭੇਟਾ ਦੇ ਗੁਣ ਵਰਣਨ ਕਰਕੇ ਸਤਿਗੁਰ ਜੀ ਨੂੰ ਵਿਖਾਉਣ ਵਾਸਤੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਚੌਕੀ ਮੰਗਵਾਈ, ਉਸ ਨੂੰ ਸਤਿਗੁਰ ਜੀ ਦੇ ਪਾਸ ਰੱਖ ਕੇ ਉਸ ਦੀ ਕਲਾ ਦਬਾਈ ਤਾਂ ਉਸ ਵਿੱਚੋਂ 4 ਪੁਤਲੀਆਂ ਨਿਕਲੀਆਂ। ਉਹਨਾਂ ਅੱਗੇ ਚੌਪੜ ਵਿੱਚ ਗਿਆ ਅਤੇ ਉਹ ਡਲੀਆਂ ਸੁੱਟ ਕੇ ਚੌਪੜ ਖੇਡਣ ਲੱਗ ਪਈਆਂ। ਦੂਜੇ ਨੰਬਰ ਤੇ 5 ਕਲਾ ਸ਼ਸਤਰ ਲਿਆਂਦਾ। ਜਦ ਉਸ ਨੂੰ ਕੱਸਿਆ ਤਾਂ ਉਸ ਵਿੱਚੋਂ ਤਮਾਚਾ ਨਿਕਲਿਆ। ਉਸ ਨੂੰ ਜਦ ਤੌੜਾ ਲਾਇਆ ਤਾਂ ਬੜੀ ਜ਼ੋਰਦਾਰ ਦੀ ਆਵਾਜ਼ ਨਿਕਲੀ। ਜਦ ਫੇਰ ਉਸ ਨੂੰ ਦਬਾਇਆ ਤਾਂ ਉਹ ਕਿਰਪਾਨ ਹੋ ਗਈ। ਜਦ ਤੀਜੀ ਵਾਰ ਦਬਾਇਆ ਤਾਂ ਉਹ ਬਰਸ਼ੀ ਬਣ ਗਈ। ਫਿਰ ਚੌਥੀ ਵਾਰ ਜਦ ਦੱਬਿਆ ਤਾਂ ਉਹ ਜਮਧਰ ਬਣ ਗਈ। ਜਦ 5ਵੀਂ ਵਾਰ ਉਸ ਦੀ ਕਲਾ ਨੂੰ ਦੱਬਿਆ ਤਾਂ ਗੁਰਜ ਨਿਕਲ ਆਈ। ਇਸ ਤਰ੍ਹਾਂ ਉਸ ਦੀਆਂ 5 ਕਲਾਵਾਂ ਨੂੰ ਵੇਖ ਕੇ ਸਤਿਗੁਰ ਜੀ ਅਤੇ ਸੰਗਤ ਬੜੀ ਪ੍ਰਸੰਨ ਹੋਈ। ਉਪਰੰਤ ਸਤਿਗੁਰ ਜੀ ਨੇ ਘੋੜੇ ਮੰਗਵਾ ਕੇ ਵੇਖੇ ਜੋ ਬਹੁਤ ਚਪਲ, ਸੁੰਦਰ ਅਤੇ ਬਲਵਾਨ ਸਨ। ਉਪਰੰਤ ਸਤਿਗੁਰ ਜੀ ਦੇ ਹਜ਼ੂਰ ਇੱਕ ਸੁੰਦਰ ਹਾਥੀ ਨਵੇਂ ਬਹੁਮੁੱਲੇ ਸਾਜ ਨਾਲ ਸ਼ਿੰਗਾਰਿਆ ਹੋਇਆ ਲਿਆਂਦਾ ਗਿਆ, ਜਿਸ ਦਾ ਰੰਗ ਕਾਲਾ, ਕੱਦ ਛੋਟੇ ਸੰਡੇ ਜਿਤਨਾ, ਮੱਥੇ ਉੱਤੇ ਰੋਟੀ ਜਿਤਨਾ ਚਿੱਟਾ ਚੰਦ, ਸੁੰਡ ਦੀ ਨੋਕ ਤੋਂ ਲੈ ਕੇ ਪਿੱਠ ਤੋਂ ਹੁੰਦੀ ਹੋਈ ਪੂੰਛ ਦੀ ਨੋਕ ਤੱਕ ਇੱਕ ਚਿੱਟੀ ਲਕੀਰ। ਇਸ ਨੇ ਗੁਰੂ ਦਰਬਾਰ ਵਿੱਚ ਆਣ ਕੇ ਪਹਿਲਾਂ ਸਤਿਗੁਰ ਜੀ ਦੇ ਜੋੜੇ ਨੂੰ ਸੁੰਡ ਨਾਲ ਸਾਫ਼ ਕੀਤਾ। ਫਿਰ ਆਪਣੀ ਸੁੰਡ ਵਿੱਚ ਪਾਣੀ ਭਰ ਕੇ ਸੇਵਕਾਂ ਵਾਂਗੂ ਸਤਿਗੁਰ ਜੀ ਦੇ ਚਰਨ ਧੋਤੇ ਅਤੇ ਕੱਪੜੇ ਨਾਲ ਪੂੰਝ ਕੇ ਸਾਫ਼ ਕੀਤੇ। ਉਪਰੰਤ ਚੌਰ ਨੂੰ ਸੁੰਡ ਵਿੱਚ ਫੜ ਕੇ ਸਤਿਗੁਰ ਜੀ ਦੇ ਪਿੱਛੇ ਖੜੇ ਹੋ ਕੇ ਉਹਨਾਂ ਉੱਤੇ ਇੱਕ ਸਿਆਣੇ ਸੇਵਾਦਾਰ ਵਾਂਗੂ ਝੁਲਾਇਆ। ਫਿਰ ਸਤਿਗੁਰ ਜੀ ਨੇ ਕੁਝ ਬਾਣ ਚਲਾਏ, ਜਿਨ੍ਹਾਂ ਨੂੰ ਸੁੰਡ ਨਾਲ ਇਕੱਠੇ ਕਰਕੇ ਉਸਨੇ ਸਤਿਗੁਰ ਜੀ ਅੱਗੇ ਲਿਆ ਰੱਖੇ।
ਐਸੇ ਕਰਤੱਵ ਵੇਖ ਕੇ ਸੰਗਤ ਬੜੀ ਹੈਰਾਨ ਹੋਈ ਅਤੇ ਸੰਗਤ ਜੀ ਨੇ ਪ੍ਰਸੰਨ ਹੋ ਕੇ ਹਾਥੀ ਦਾ ਨਾਮ ਪ੍ਰਸ਼ਾਦੀ ਰੱਖਿਆ। ਉਪਰੰਤ ਰਤਨ ਰਾਏ ਨੇ ਸਤਿਗੁਰ ਜੀ ਨੂੰ ਦੱਸਿਆ ਕਿ ਰਾਤ ਸਮੇਂ ਜੇ ਇਸ ਦੀ ਸੁੰਡ ਵਿੱਚ ਮਸਾਲ ਫੜਾ ਦਈਏ ਤਾਂ ਉਸ ਨੂੰ ਫੜ ਕੇ ਇਹ ਰਾਸਤੇ ਵਿੱਚ ਚਾਨਣ ਕਰਦਾ ਅੱਗੇ ਤੁਰਿਆ ਜਾਂਦਾ ਹੈ। ਹੋਰ ਵੀ ਜੋ ਕੰਮ ਇਸ ਤੋਂ ਕਰਵਾਉਣਾ ਚਾਹੀਏ ਇਹ ਕਰਦਾ ਹੈ। ਰਤਨ ਰਾਏ ਨੇ ਬੇਨਤੀ ਕੀਤੀ, ਹਜ਼ੂਰ, ਇਹਨਾਂ ਸਿਫਤਾਂ ਦੇ ਰੰਗ ਢੰਗ ਦਾ ਹੋਰ ਕੋਈ ਹਾਥੀ ਸੰਸਾਰ ਵਿੱਚ ਨਹੀਂ ਹੈ। ਇਹ ਤਾਂ ਕੇਵਲ ਆਪ ਜੀ ਦੇ ਵਾਸਤੇ ਹੀ ਵਿਧਾਤਾ ਨੇ ਭੇਜਿਆ ਹੈ। ਰਤਨ ਰਾਏ ਦੇ ਸ਼ਰਧਾ ਭਰੇ ਸੋਹਣੇ ਬਚਨ ਸੁਣ ਕੇ ਸਤਿਗੁਰ ਜੀ ਨੇ ਉਸ ਉੱਤੇ ਬਹੁਤ ਖੁਸ਼ੀ ਕੀਤੀ ਅਤੇ ਫਰਮਾਇਆ ਕਿ ਜਿਸ ਤਰ੍ਹਾਂ ਤੂੰ ਬਹੁਤ ਸ਼ਰਧਾ ਤੇ ਪ੍ਰੇਮ ਨਾਲ ਇਹ ਅਜੀਬ ਚੀਜ਼ਾਂ ਸਾਡੇ ਵਾਸਤੇ ਲਿਆਂਦੀਆਂ ਹਨ, ਉਸੇ ਤਰ੍ਹਾਂ ਹੀ ਤੈਨੂੰ ਇਹਨਾਂ ਦਾ ਬਹੁਤ ਆਨੰਦ ਫਲ ਪ੍ਰਾਪਤ ਹੋਵੇਗਾ। ਇਸ ਪ੍ਰਸੰਨਤਾ ਨਾਲ ਸਤਿਗੁਰ ਜੀ ਨੇ ਆਪਣੇ ਚਰਨਾਂ ਦਾ ਅੰਮ੍ਰਿਤ ਉਸ ਨੂੰ ਛਕਾ ਕੇ ਆਪਣੀ ਸਿੱਖੀ ਬਖਸ਼ੀ ਸੀ ਅਤੇ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਸਤੇ ਆਗਿਆ ਕੀਤੀ, ਜੋ ਭੋਗ ਮੋਖ ਦਾ ਦਾਤਾ ਹੈ। ਸਤਿਗੁਰ ਜੀ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਰਤਨ ਰਾਏ ਨਾਲ ਸ਼ਿਕਾਰ ਖੇਡਣ ਜਾਂਦੇ, ਘੋੜੇ ਦੜਾਉਂਦੇ, ਸ਼ਸਤਰ ਚਲਾਉਂਦੇ ਅਤੇ ਸ਼ਿਕਾਰ ਕਰਦੇ। ਕਦੇ ਸਤਲੁਜ ਦੇ ਕਿਨਾਰੇ ਪਾਣੀ ਵਿੱਚ ਇਸ਼ਨਾਨ ਕਰਦੇ ਅਤੇ ਇੱਕ ਦੂਜੇ ਉੱਤੇ ਛੱਟੇ ਮਾਰ ਕੇ ਹਾਸ ਵਿਲਾਸ ਵੀ ਕਰਦੇ ਰਹਿੰਦੇ। ਕੁਝ ਸਮਾਂ ਆਨੰਦਪੁਰ ਇਸ ਤਰ੍ਹਾਂ ਆਨੰਦ ਲੈ ਕੇ ਰਤਨ ਰਾਏ ਦੀਪਮਾਲਾ ਦਾ ਮੇਲਾ ਵੇਖ ਕੇ ਸਤਿਗੁਰ ਜੀ ਤੋਂ ਆਗਿਆ ਲੈ ਕੇ ਆਪਣੇ ਦੇਸ਼ ਅਸਾਮ ਨੂੰ ਵਾਪਸ ਚਲਾ ਗਿਆ। ਕੁਝ ਸਮਾਂ ਤਾਂ ਪ੍ਰਸ਼ਾਦੀ ਹਾਥੀ ਆਪਣੇ ਥਾਂ ਉੱਤੇ ਬੱਧਾ ਹੀ ਰਾਤਬ ਖਾਂਦਾ ਰਿਹਾ, ਪਰ ਇੱਕ ਦਿਨ ਸਤਿਗੁਰ ਜੀ ਨੇ ਆਪਣੇ ਸੇਵਕਾਂ ਨੂੰ ਆਖ ਕੇ ਕਿ ਉਸ ਨੂੰ ਖੁੱਲ੍ਹਾ ਛੱਡ ਦਿੱਤਾ। ਪ੍ਰਸ਼ਾਦੀ ਬਾਜ਼ਾਰ ਵਿੱਚ ਤੁਰਿਆ ਤੁਰਿਆ ਜਾਂਦਾ, ਦੁਕਾਨਦਾਰਾਂ ਦੀਆਂ ਚੀਜ਼ਾਂ ਫੜ ਕੇ ਖਾ ਜਾਂਦਾ। ਹਲਵਾਈਆਂ ਦੀਆਂ ਦੁਕਾਨਾਂ ਤੋਂ ਲੱਡੂ, ਪੇੜੇ, ਪੂਰੀ, ਕਚੋਰੀ ਆਦਿਕ ਜੋ ਵੇਖੇ ਸੁੰਡ ਨਾਲ ਫੜ ਕੇ ਮੂੰਹ ਵਿੱਚ ਪਾ ਲਵੇ। ਇਸ ਤਰ੍ਹਾਂ ਤੰਗ ਹੋ ਕੇ ਇੱਕ ਦਿਨ ਦੁਕਾਨਦਾਰ ਇਕੱਠੇ ਹੋ ਕੇ ਸਤਿਗੁਰ ਜੀ ਪਾਸ ਫਰਿਆਦੀ ਆਣ ਹੋਏ। ਉਹਨਾਂ ਨੇ ਕਿਹਾ, ਸਤਿਗੁਰ ਜੀ, ਤੁਹਾਡਾ ਪ੍ਰਸ਼ਾਦੀ ਸਾਰਾ ਦਿਨ ਖੁੱਲ੍ਹਾ ਫਿਰਦਾ ਰਹਿੰਦਾ ਹੈ ਤੇ ਸਾਡਾ ਬਹੁਤ ਨੁਕਸਾਨ ਕਰਦਾ ਹੈ। ਅਸੀਂ ਤੁਹਾਡੇ ਪਾਸੋਂ ਡਰਦੇ ਇਸ ਨੂੰ ਡੰਡਾ ਸੋਟਾ ਵੀ ਨਹੀਂ ਮਾਰ ਸਕਦੇ। ਸਤਿਗੁਰ ਜੀ ਨੇ ਦੁਕਾਨਦਾਰਾਂ ਤੋਂ ਇਹ ਬੇਨਤੀ ਸੁਣ ਕੇ ਆਪਣੇ ਮਸੰਦ ਨੂੰ ਸੱਦ ਕੇ ਆਖਿਆ ਕਿ ਇਹਨਾਂ ਦਾ ਜਿਤਨਾ ਕੁ ਨੁਕਸਾਨ ਪ੍ਰਸ਼ਾਦੀ ਨੇ ਕੀਤਾ ਹੈ ਜਾਂ ਜੋ ਅੱਗੇ ਨੂੰ ਕਰੇਗਾ, ਉਹ ਰੋਜ਼ ਹੀ ਸੰਧਿਆ ਸਮੇਂ ਸਭ ਨੂੰ ਪੁੱਛ ਕੇ ਖਜ਼ਾਨੇ ਵਿੱਚੋਂ ਉਤਨੇ ਪੈਸੇ ਦੇ ਦਿਆ ਕਰੋ। ਸਤਿਗੁਰ ਦਾ ਇਹ ਹੁਕਮ ਸੁਣ ਕੇ ਦੁਕਾਨਦਾਰ ਬੜੇ ਪ੍ਰਸੰਨ ਹੋ ਕੇ ਵਾਪਸ ਚਲੇ ਗਏ ਅਤੇ ਪ੍ਰਸ਼ਾਦੀ ਬਿਨਾਂ ਰੋਕ ਟੋਕ ਦੇ ਰੋਜ਼ ਹੀ ਬਾਜ਼ਾਰਾਂ ਗਲੀਆਂ ਵਿੱਚ ਸੈਰ ਕਰਦਾ ਫਿਰਦਾ ਰਹਿੰਦਾ ਸੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।